Very good afternoon, everyone. Our today's topic is hexagonal closed packed structure that is known as HCP. So, in HCP unit cell, it contains one atom at each corner and one atom at the center of the hexagonal faces and three more atoms within the body of the cell. That means each atom touches three atoms in the layer below its plane and six atoms in its plane and three atoms in the layer above. So if we talk about the coordinates of the HCP, that is 12. So atoms touch each other along the edge, that is radius का देखो लूँगा a/2, area ਦਾ half हो जाएगा, ठीक है, यानी कि a/2. That means there are 12 atoms located at the each of the 12 corners and each corner is shared by 6 unit cells. Two central atoms at the basal planes are shared half by each unit cell and 3 complete atoms laying in the cell. It can be represented as HCP hexagonal सानू गिवन है, ठीक है, एक साइड मार्क की हुई है A, राइट, एक साइड ਨੂੰ ਆਪਾਂ C ਲੈਨੇ ਆ ਫॉर एग्जांपल A ਅਸੀਂ ਕਹਿੰਦੇ ਆ ਕਾਦੇ ਇਕੁਅਲ ਆ 2r ਦੇ, दैट मीनस ਜੇ ਮੈਂ ਰੇਡੀਅਸ ਜਾਂ r ਦੀ ਵੈਲਿਊ ਕੱਢਾਂ ਕਾਦੇ ਇਕੁਅਲ ਹੋਏਗੀ a/2, राइट. So if we going to find out the volume of unit cell, it can be calculated as follows: area of the base which is equal to 3 into root 3a square divided by 2, 3, ठीक है. सो वॉल्यूम ऑफ यूनिट सैल कादी इक्वल होएगा? फॉर वॉल्यूम ऑफ यूनिट सैल असी की करना सी नू मल्टीप्लाई करना इस चीज़ नू, ठीक है. ਅਸੀਂ ਮਲਟੀਪਲਾਈ ਕਿਸ ਚੀਜ਼ ਨੂੰ ਕਰਦੇ ਹਾਂ? ਹਾਈਟ ਨੂੰ, ਸੈੱਲ ਦੀ ਹਾਈਟ ਨੂੰ. ਸੈੱਲ ਦੀ ਹਾਈਟ ਕਾਹਦੀ ਇਕੁਅਲ ਹੁੰਦੀ ਹੈ? ਸੀ ਦੇ. ਇੱਥੇ ਆਪਾਂ ਨੂੰ ਗਿਵਨ ਹੈ ਇਹਦੇ ਵਿੱਚ, ਠੀਕ ਹੈ ਜੀ. ਸੋ ਜੇ ਮੈਂ ਵੋਲੀਅਮ ਕੱਢਣਾ ਹੋਵੇ ਐਟਮਸ ਦਾ ਯੂਨਿਟ ਸੈੱਲ ਦੇ ਲਈ ਕਾਹਦੀ ਇਕੁਅਲ ਹੋਏਗਾ? ਇੱਥੇ ਆਪਾਂ ਨੂੰ ਵੈਸੇ ਹੀ ਪਤਾ ਹੁੰਦਾ, ਜੇ ਆਪਾਂ ਨੂੰ ਸੌਟ ਆਊਟ ਕਰਦੇ ਹਾਂ ਕਾਹਦੀ ਇਕੁਅਲ ਹੋਏਗਾ 6 ਇੰਟੂ, ਜੇ ਆਪਾਂ ਇਹਦਾ ਏਰੀਆ ਕੱਢਣਾ ਹੋਵੇ ਕਾਹਦੇ ਇਕੁਅਲ ਹੁੰਦਾ 4πr³, ਰਾਈਟ. ਇਹਦਾ ਮਤਲਬ ਇਹ ਕੀ ਬਣ ਜਾਏਗਾ? ਕਟਿੰਗ ਹੋ ਜਾਏਗੀ, ਠੀਕ ਹੈ. 2 ਦੇ ਟੇਬਲ 'ਤੇ 3 2 ਜਾਂ 6, 2 2 ਜਾਂ 4. सो क्या हो गया 8πa³ डिवाइडेड बाय 8, राइट. अगर उन्होंने मैं फरदर सॉल्व करा तो अपने को क्या होगा 8 ने 8 नाल कैंसल हो जाना, वी लैफ्ट विद πa³. ਇਹਦਾ मतलब साढ़े कोल पैकिंग फ्रैक्शन का इक्वल आ जाएगा 2πa³, ठीक है. इतने मैं वैल्यू सबस्टिट्यूट करती, ਆਪਾਂ ਨੂੰ ਪਤਾ c/a का इक्वल है √8/3. वैल्यू सबस्टिट्यूट करनी ਹੁਣ कर सकते हैं, अदरवाइज ऑप्शनल ਹੁੰਦੀ है. ਇਹਦੇ ਬਾਅਦ ਆਪਾਂ ਡਾਇਰੈਕਟ ਆਨਸਰ ਦੇ ਸਕਦੇ ਹੁੰਦੇ ਕਿ 74% ਹੁੰਦਾ. ਇੰਪੋਰਟੈਂਟ ਨਹੀਂ ਹੈ, ਜਸਟ ਇੱਕ ਫਾਰਮੂਲਾ ਜਿਹੜਾ ਨੂੰ ਆਪਾਂ ਯੂਜ਼ ਕਰਨਾ ਉਹ ਯਾਦ ਰੱਖਿਓ. ਇਸ ਯੂਨਿਟ ਦੇ ਦੋ ਹੀ ਇੰਪੋਰਟੈਂਟ ਕੁਐਸਚਨਸ ਹੁੰਦੇ ਨੇ, ਮਾਈਲਰ ਇੰਡਸਿਸ, ਇੱਕ ਸਟਰਕਚਰ ਆਊਗੀ ਜਾਂ ਫਿਰ ਡਾਇਮੰਡ ਦੀ ਜਾਂ ਸੋਡੀਅਮ ਕਲੋਰਾਈਡ ਦੀ, ਠੀਕ ਹੈ, ਹਾਈਡਰੋਜਨ ਕਲੋਰਾਈਡ, ਜਿਹਦੀ ਮਰਜ਼ੀ ਸਟਰਕਚਰ ਆ ਸਕਦੀ ਹੈ. ਜੇ ਆਪਾਂ ਡਾਇਮੰਡ ਦੀ ਸਟਰਕਚਰ ਪੜ੍ਹਨੀ ਹੋਵੇ ਐਕਸਪਲੇਨੇਸ਼ਨ ਕੰਟੈਂਟ ਨੂੰ ਧਿਆਨ ਨਾਲ ਕਰ ਲਿਓ, ਠੀਕ ਹੈ. ਇੱਥੇ ਦਿੱਤਾ ਹੋਇਆ ਡਾਇਮੰਡ ਜਿਹੜਾ ਆਪਾਂ ਕਹਿੰਦੇ ਹਾਂ ਕਿ ਉਹਦੀਆਂ ਨੰਬਰ ਆਫ ਟਾਈਪਸ ਹੁੰਦੀਆਂ, ਠੀਕ ਹੈ. ਕ੍ਰਿਸਟਲ ਮਤਲਬ ਉਹ ਕਿਊਬਿਕ ਵੀ ਹੋ ਸਕਦਾ ਅਤੇ ਹੈਕਸਾਗਨਲ ਵੀ ਹੋ ਸਕਦਾ, ਬਟ ਜਿਹੜਾ ਡਾਇਮੰਡ ਕਿਊਬਿਕ ਸਟਰਕਚਰ ਹੁੰਦਾ ਉਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ. ਆਪਾਂ ਕਹਿੰਦੇ ਹਾਂ ਕਿ ਜਿਹੜਾ ਸਟਰਕਚਰ ਆ ਉਹਦੇ ਵਿੱਚ ਸਿਲੀਕਨ, ਜਰਮੇਨੀਅਮ ਅਤੇ ਗ੍ਰੇਟਿਨ ਪਾਇਆ ਜਾਂਦਾ, ਠੀਕ ਹੈ. ਜੇ ਆਪਾਂ ਸਪੇਸ ਲੈਟਿਸ ਦੀ ਗੱਲ ਕਰੀਏ ਡਾਇਮੰਡ ਕਿਊਬਿਕ ਕ੍ਰਿਸਟਲ ਦੇ ਵਿੱਚ FCC ਦੇ ਲਈ ਅਸੀਂ ਕਹਿੰਦੇ ਹਾਂ 2 ਐਟਮਸ ਜਿਹੜੇ ਆ ਉਹ ਲੈਟਿਸ ਪੁਆਇੰਟ ਹੁੰਦੇ ਆ ਉਹਦੇ, ਠੀਕ ਹੈ. 2 ਐਟਮਸ ਜਿਹੜੇ ਆ ਹਰ ਇੱਕ ਲੈਟਿਸ ਪੁਆਇੰਟ 'ਤੇ ਗਿਵਨ ਹੋਣਗੇ. ਇਹਦਾ ਕੀ ਮਤਲਬ? ਦਿਸ ਮੇ ਬੀ ਕੰਸੀਡਰਡ ਟੂ ਬੀ ਫੋਰਮਡ ਇੰਟਰਪੈਨੀਟ੍ਰੇਟਿੰਗ ਫॉर 2 FCC. ਤੁਸੀਂ ਸਿੰਪਲ ਜਿਹੜੀ ਗੱਲ ਯਾਦ ਰੱਖਣੀ ਹੈ ਉਹ ਕੀ ਹੈ ਕਿ ਨੰਬਰ ਆਫ ਜਿਹੜੀਆਂ ਹਾਈਟਸ ਜਾਂ ਫਿਰ ਪੋਜੀਸ਼ਨਸ ਆ, ਠੀਕ ਹੈ, ਬੇਸ ਦੀਆਂ ਜਾਂ ਯੂਨਿਟ ਦੀਆਂ ਜਾਂ ਫਿਰ ਬੇਸ ਐਜ ਦੀਆਂ ਉਹਦੇ ਵਿੱਚ ਗਿਵਨ ਹੋਣਗੀਆਂ, ਆਪਾਂ ਨੂੰ ਮੈਂਸ਼ਨ ਕਰਨੀਆਂ ਪੈਣੀਆਂ, ਠੀਕ ਹੈ. ਇੱਕ ਆਪਾਂ ਕਹਿਣਾ ਕਿ ਜਿਹੜੇ two numbers and the same positions represented by 2 atoms, one the another. The points at 0 1 and 1 2 are the FCC. Those are 1 4 ਤੇ 3/4 ਹਿੱਸੇ ਅਤੇ 1/4 ਹਿੱਸੇ ਦੇ ਵਿੱਚ ਜੇ ਮੰਨ ਲਓ ਹੋਣ ਅਤੇ ਉਹਨੂੰ ਅਸੀਂ ਇਵੇਂ ਹੀ ਡਿਨੋਟ ਕਰਦੇ ਹਾਂ, ਠੀਕ ਹੈ. ਸੋ ਹੁਣ ਮੈਂ ਇਹਦੀ ਸਟਰਕਚਰ ਡਿਫਾਈਨ ਕਰ ਦਿੰਦੀ ਹਾਂ. ਥੋੜ੍ਹੀ ਇੰਪੋਰਟੈਂਟ ਆਰਟੀਕਲ ਆ, ਇਹਨੂੰ ਆਪਾਂ ਮਾਡਰਨ ਦੀ ਬੁੱਕ ਨਹੀਂ ਕਰਨਾ, ਠੀਕ ਹੈ, ਇਸ ਯੂਨਿਟ ਦੇ ਨੂੰ. ਇਸ ਸਾਈਡ ਦੇਖੋ ਜੀ, ਅਸੀਂ ਕਹਿੰਦੇ ਹਾਂ ਕਿ ਜਿਹੜਾ 0.1% ਹੁੰਦਾ ਕੋਰਨਰ 'ਤੇ ਹੁੰਦਾ. ਜਿਹੜੀਆਂ ਡਾਇਗਨਲ ਐਂਟਰੀਜ਼ ਨੇ, ਡਾਇਗਨਲ ਐਂਟਰੀ ਦੇ ਐਜ ਔਰ ਜਿਹੜੇ ਆ ਉਹਨਾਂ ਨੂੰ ਆਪਾਂ ਹਾਫ ਲੈਂਦੇ ਹਾਂ, ਠੀਕ ਹੈ ਜੀ. ਡਾਇਗਨਲ ਐਂਟਰੀ ਦੇ ਐਜ ਜਿਹੜੇ ਨੇ ਉਹ ਕੀ ਹੋਣਗੇ 1/2 1/2 1/2, ਠੀਕ ਹੈ. ਅਤੇ ਜੋ ਰੈਸਟ ਪਾਰਟ ਬਚਦਾ, ਹੁਣ ਦੇਖੋ ਜੇ ਆਪਣੇ ਕੋਲ ਇੱਥੇ ਵੀ 0.1 ਆ ਕੋਰਨਰ 'ਤੇ 0.1 ਆ, ਸੈਂਟਰ 'ਤੇ 0.1 ਆ,
ਵਿੱਚ ਹੋਏਗਾ 1/4, ਇੱਧਰ 1/4, ਇੱਧਰ ਜੋ ਰੈਸਟ ਟਰਮਸ ਬਚਣਗੀਆਂ ਉੱਥੇ 3/4 ਐਂਡ 3/4। ਆਹ ਡਾਇਮੰਡ ਸਟਰਕਚਰ ਪੇਪਰ 'ਚ ਬਣਾਉਣੀ ਜ਼ਰੂਰੀ ਆ। ਇਹਨੇ ਬਣਨਾ ਕਿੱਦਾਂ ਹੁੰਦਾ, ਇੱਕ ਆਪਾਂ ਪਹਿਲਾਂ ਜੇ ਡਰੋ ਕਰਦੇ ਹਾਂ, ਠੀਕ ਹੈ, ਪਹਿਲਾਂ ਇੱਕ ਕਿਊਬ ਬਣਾ ਕੇ ਉਹਦੇ ਜੇ ਡਰੋ ਕਰਕੇ ਉਹਨੂੰ ਇਹਦੇ ਨਾਲ ਜੋੜ ਦੇਣਾ। ਹੁਣ ਪਹਿਲਾਂ ਜੇ ਆਪਸ 'ਚ ਜੁੜੂਗੀ, ਫਿਰ ਇੱਧਰ, ਫਿਰ ਇਹਦੇ ਕੋਰਨਰ ਵਾਲੇ ਨਾਲ, ਠੀਕ ਹੈ। ਇਹਦੀ ਪ੍ਰੈਕਟਿਸ ਕਰਕੇ ਤੇ ਯਾਦ ਕਰਨੀ ਪੈਣੀ ਹੈ ਸਾਰੀ, ਠੀਕ ਹੈ ਜੀ। ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਸਾਰੇ ਬੱਚੇ। ਜਦੋਂ ਅਸੀਂ ਪੈਕਿੰਗ ਫਰੈਕਸ਼ਨ ਕੱਢਦੇ ਆਪਾਂ ਕਹਿੰਦੇ ਨੰਬਰ ਆਫ ਐਟਮਸ ਪਰ ਯੂਨਿਟ ਦੇ ਸੈੱਲ, ਕੈਪੀਟਲ N ਕਾਹਦੇ ਇਕੁਅਲ ਆ 8 ਦੇ, 4 ਉਹਦੇ ਇਨਸਾਈਡ ਆ, 3 ਉਹਦੇ ਫੇਸ ਆ, ਇੱਕ ਆਪਾਂ ਕਹਿੰਦੇ ਉਹਦੇ ਕੋਰਨਰ 'ਤੇ ਪ੍ਰੈਜੈਂਟ ਆ। ਹੁਣ ਜੇ ਰੇਡੀਅਸ ਕੱਢਣਾ, ਰੇਡੀਅਸ ਕੱਢਣ ਦੇ ਲਈ ਕੀ ਹੁੰਦਾ ਵਾ, ਰੂਟ ਇੱਥੇ ਕੀ ਹੁੰਦਾ ਵਾ, ਨੰਬਰ ਆਫ ਫੇਸਿਸ ਡਿਵਾਈਡਡ ਬਾਈ ਟੋਟਲ ਨੰਬਰ ਆਫ ਸੈੱਲ। ਉਹ ਕੀ ਹੋ ਗਿਆ √3, ਜਿਹਨਾਂ ਦੇ ਫੇਸ ਆ, ਟੋਟਲ ਨੰਬਰ ਆਫ ਸੈੱਲ 8, ਠੀਕ ਆ। ਅਤੇ ਪੈਕਿੰਗ ਫਰੈਕਸ਼ਨ ਦੇ ਵਿੱਚ ਕਰਨਾ ਇਹਦਾ ਏਰੀਆ ਕਾਹਦੇ ਬਰਾਬਰ ਹੁੰਦਾ 4πr³ ਦੇ, ਠੀਕ ਆ। ਅਤੇ ਉਹ ਕਾਹਦੇ ਹੁੰਦਾ ਵੋਲੀਅਮ ਦੇ, ਉਹ ਕੀ ਹੋ ਗਿਆ 3a³, ਠੀਕ ਹੈ, ਇੰਟੂ N ਆ ਗਿਆ। ਹੁਣ ਇਹਨਾਂ ਦੀਆਂ ਵੈਲਿਊ ਸਬਸਟੀਟਿਊਟ ਕਰਤੀਆਂ, ਠੀਕ ਹੈ ਜੀ। ਜਦੋਂ ਆਪਾਂ ਇਹਨਾਂ ਨੂੰ ਕੈਂਸਲ ਕਰਦੇ ਹਾਂ ਨੰਬਰ ਆਫ ਟਰਮਸ ਨੂੰ, ਸਾਡੇ ਕੋਲ ਬਚਣੀ ਕਿਹੜੀ ਚੀਜ਼ ਚਾਹੀਦੀ ਆ, √3π ਡਿਵਾਈਡਡ ਬਾਈ 16, ਯਾਨੀ ਕਿ ਤੁਸੀਂ ਕਹਿ ਦੇਣਾ 34%। ਬੜਾ ਸੌਖਾ ਜਿਹਾ ਕੁਐਸਚਨ ਆਉਂਦਾ ਜੇ ਪੇਪਰ 'ਚ ਡਾਇਮੰਡ ਸਟਰਕਚਰ ਦਾ। ਆਹ ਸਟਰਕਚਰ ਅਤੇ ਆਹ ਸਟਰਕਚਰ ਦੋਵੇਂ ਬਣਾਉਣੀਆਂ ਆਉਣੀਆਂ ਚਾਹੀਦੀਆਂ। ਐਕਸਪਲੇਨੇਸ਼ਨ ਕੰਟੈਂਟ ਜਿਹੜਾ ਉਹ ਬਿਲਕੁਲ ਸਿੰਪਲ, ਪੈਕਿੰਗ ਫਰੈਕਸ਼ਨ ਸਾਰੀ ਕੱਢਣੀ ਉੱਥੇ ਤੁਸੀਂ, ਠੀਕ ਹੈ, ਇੱਕ ਫਾਰਮੂਲਾ ਲਾ ਕੇ। ਸਿਮਿਲਰਲੀ ਸੈਕਿੰਡ ਸਟਰਕਚਰ ਸਾਡੇ ਕੋਲ ਆ ਗਈ ਸੋਡੀਅਮ ਕਲੋਰਾਈਡ। ਸੋਡੀਅਮ ਕਲੋਰਾਈਡ ਦੇ ਵਿੱਚ ਅਸੀਂ ਕੀ ਕਹਿੰਦੇ ਹਾਂ ਕਿ ਜਿਹੜਾ ਡਾਰਕ ਸਰਕਲ ਹੁੰਦਾ ਉਹਨੂੰ ਅਸੀਂ ਸੋਡੀਅਮ ਕਹਿੰਦੇ ਹਾਂ, ਜੋ ਹੋਲਸ ਬਣੀਆਂ ਖਾਲੀ ਉਹਨੂੰ ਅਸੀਂ ਕਲੋਰਾਈਡ ਕਹਿ ਤਾ, ਠੀਕ ਹੈ ਜੀ। ਹੁਣ ਜਿਹੜੇ ਤੇ ਆ ਕਾਰਨਰਸ ਦੇ ਉੱਪਰ ਸਾਡੇ ਕੋਲ ਕਲੋਰਾਈਡ ਪ੍ਰੈਜੈਂਟ ਹੁੰਦਾ, ਠੀਕ ਹੈ। ਜੇ ਸਾਈਡਸ 'ਤੇ ਇਹਦਾ ਮਤਲਬ ਸੈਂਟਰ ਦੇ ਵਿੱਚ ਵੀ ਕਲੋਰਾਈਡ ਹੋਏਗਾ। ਰੈਸਟ ਟਰਮਸ ਜਿਹੜੀਆਂ ਉਹਨਾਂ ਨੂੰ ਆਪਾਂ ਸੋਡੀਅਮ ਨਾਲ ਡਿਨੋਟ ਕਰਦੇ ਹਾਂ। ਇਹਦਾ ਐਕਸਪਲੇਨੇਸ਼ਨ ਕੰਟੈਂਟ ਪੜ੍ਹ ਲਓ। ਕਹਿੰਦਾ ਬ੍ਰਾਵਿਸ ਲੈਟਿਸ ਆਫ ਸੋਡੀਅਮ ਕਲੋਰਾਈਡ ਇਜ਼ ਫੇਸ ਸੈਂਟਰਡ ਕਿਊਬ ਵਿਦ ਦੀ ਬੇਸਿਸ ਆਫ 1 sodium and 1 chloride ion separated by 1/2 the body diagonal of the unit cell. A unit cell of sodium chloride is picturized as this. Larger chlorine ions occupy the face-centered cubic positions and the sodium ions are represented at the octahedral vivids. The octahedral positions are at the body center and at the midpoints of the cube edge. So the position of the ions will be, ਠੀਕ ਹੈ। ਇੱਥੋਂ ਤੁਸੀਂ ਇਹਨੂੰ ਧਿਆਨ ਨਾਲ ਦੇਖ ਲਿਓ, ਠੀਕ ਹੈ ਜੀ, ਕਿ ਜਨਰੇਟ ਕਿਵੇਂ ਹੋਣੀ ਹੈ। ਇਹ 3 ਡਾਇਮੈਂਸ਼ਨਲ ਸੋਡੀਅਮ ਕਲੋਰਾਈਡ ਦੀ ਸਟਰਕਚਰ ਜਿਹੜੀ ਆ ਸਾਡੀ ਲੈਬ 'ਚ ਅਵੇਲੇਬਲ ਹੈਗੀ ਆ, ਠੀਕ ਹੈ। ਉਹ ਤੁਹਾਨੂੰ ਦਿਖਾ ਦਿੱਤੀ ਜਾਊਗੀ ਔਰ ਸਮਝਾ ਦਿੱਤੀ ਜਾਊਗੀ, ਓਕੇ। ਬਸ ਤੁਸੀਂ ਇਹ ਸਿੱਖ ਲਓ। ਸੋਡੀਅਮ ਕਲੋਰਾਈਡ ਦਾ ਆਪਾਂ ਨੂੰ ਪਤਾ ਪੋਜ਼ੀਟਿਵ ਹੁੰਦਾ, ਕਲੋਰਾਈਡ ਸੋਡੀਅਮ ਤੇ ਪੋਜ਼ੀਟਿਵ, ਕਲੋਰਾਈਡ ਤੇ ਨੈਗੇਟਿਵ ਆਪਾਂ ਨੂੰ ਪਤਾ। ਇਹ ਡੋਨਰ ਹੁੰਦਾ, ਇਹ ਅਸੈਪਟਰ ਹੁੰਦਾ ਪੇਅਰ ਪ੍ਰੋਡਕਸ਼ਨ ਦੇ ਲਈ, ਜਾਂ ਫਿਰ ਕਹਿ ਸਕਦੇ ਹੋ ਕੋਵਲੈਂਟ ਬੌਂਡ ਦੇ ਲਈ, ਠੀਕ ਹੈ। ਸਭ ਤੋਂ ਪਹਿਲੇ ਅਸੀਂ ਕਹਿਤਾ ਕਿ ਜਿਹੜੇ ਉਹ ਆ ਹਾਫ ਹੋਣਗੇ ਸੋਡੀਅਮ ਕਲੋਰਾਈਡ ਸੈਪਰੇਟਡ ਬਾਈ 1/2 ਆਫ ਦਾ ਬੋਡੀ ਡਾਇਗਨਲ। ਇਹਦਾ ਮਤਲਬ ਤਿੰਨੇ ਜਦੋਂ ਆਪਣੇ ਕੋਲ 1/2 1/2 1/2 ਹੋ ਗਏ। ਹੁਣ 3 ਕਿਉਂ ਲੈਂਦੇ ਆ, 3 ਡਾਇਮੈਂਸ਼ਨਲ ਹੁੰਦਾ ਨਾ, XYZ ਕੋਆਰਡੀਨੇਟਸ ਦੀ ਗੱਲ ਕਰ ਰਹੀ ਹਾਂ। ਹੁਣ ਇਹਦੀਆਂ ਪੋਸੀਬਿਲਿਟੀਜ਼ ਕੀ ਹੋ ਸਕਦੀਆਂ, ਇੱਕ ਟਾਈਮ 'ਤੇ ਦੋਨੋਂ 0 ਹੋ ਸਕਦੇ ਆ, ਠੀਕ ਹੈ। ਇੱਧਰਲੇ ਦੋਨੋਂ ਇੱਕ ਟਾਈਮ 'ਤੇ ਸਾਈਡ ਵਾਲੇ ਦੋਨੋਂ ਇੱਕ ਟਾਈਮ 'ਤੇ ਇੱਕ ਪ੍ਰੈਜੈਂਟ ਹੋਊਗਾ, ਉਹੀ ਹੋਗਾ 0 0 1/2 0 1/2 0 1/2 0 0। ਜੇ ਆਪਾਂ ਕਲੋਰਾਈਡ ਦੀ ਗੱਲ ਕਰੀਏ ਉਹਦੇ 'ਚ ਆਪਾਂ ਕਹਿੰਦੇ ਕਿ ਮਿਸਿੰਗ ਆ, ਸਾਰੇ ਮਿਸਿੰਗ ਆ 0 0, ਠੀਕ ਹੈ। ਨੈਕਸਟ ਪੋਸੀਬਿਲਿਟੀ ਕੀ ਹੈ, 2 ਹਾਫ 1 0, ਨੈਕਸਟ 1 ਹਾਫ 0 ਹਾਫ, ਨੈਕਸਟ 0 ਹਾਫ ਹਾਫ, ਠੀਕ ਹੈ। ਸੋ ਇਹਨੂੰ ਇਹਨੇ ਕਿਹਾ ਵਾ ਕਿ ਈਚ ਆਇਨ ਇਜ਼ ਸਰਾਊਂਡਡ ਬਾਈ 6 ਨੀਅਰੈਸਟ ਨੇਬਰਸ ਆਫ ਦੀ ਓਪੋਜ਼ਿਟ ਕਾਈਂਡ, ਹੈਂਸ ਕੰਡੀਸ਼ਨਸ ਨੰਬਰ ਇਜ਼ 6, ਰਾਈਟ। ਇਹ ਕੀ ਸੀਗੀ, ਸੋਡੀਅਮ ਕਲੋਰਾਈਡ ਸਟਰਕਚਰ। ਇਹਨੂੰ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਲਿਓ ਦੋਨੋਂ ਆਰਟੀਕਲਸ ਨੂੰ। ਅਗੇਨ ਮੈਂ ਰਿਪੀਟ ਕਰ ਦਿੰਦੀ ਹਾਂ, 2 ਹੀ ਸਾਡੇ ਇੰਪੋਰਟੈਂਟ ਆਰਟੀਕਲ ਨੇ ਫਰੋਮ ਦਿਸ ਯੂਨਿਟ। ਫਸਟ ਵਨ ਇਜ਼ ਮਾਈਲਰ ਇੰਡਿਸਿਸ, ਸੈਕੰਡ ਵਨ ਇਜ਼ ਸਟਰਕਚਰ ਆਫ ਸੋਡੀਅਮ ਕਲੋਰਾਈਡ ਐਂਡ ਡਾਇਮੰਡ, ਠੀਕ ਹੈ ਜੀ। ਔਰ ਪੈਕਿੰਗ ਫਰੈਕਸ਼ਨਸ ਪੜ੍ਹ ਲਿਓ ਸਭ ਦੀਆਂ। ਹੋਪ ਸੋ ਤੁਹਾਨੂੰ ਕਲੀਅਰ ਹੋਊਗਾ। ਥੈਂਕ ਯੂ।